ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਹੇ। ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਹੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਆਦਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਪਾਵਨ ਪਵਿੱਤਰ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ, ਆਪਾਂ ਸਾਰੇ ਗੁਰਪੁਰਬ ਦੀ ਖੁਸ਼ੀ ਵਿੱਚ ਬੈਠੇ ਹੋਏ ਹਾਂ। ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਆਗਮਨ ਗੁਰਪੁਰਬ ਮਨਾ ਰਹੇ ਹਾਂ। ਦਾਸ ਤੋਂ ਉਪਰੰਤ ਅਤੀ ਸਤਿਕਾਰਯੋਗ ਬਾਬਾ ਜੀ ਨੇ ਆਪ ਸਮੂਹ ਸੰਗਤਾਂ ਦੇ ਦਰਸ਼ਨ ਕਰਨੇ ਹਨ। ਥੋੜ੍ਹਾ ਸਮਾਂ ਆਪ ਜੀ ਦੇ ਦਰਸ਼ਨ ਕਰਕੇ ਖਿਮਾ ਮੰਗਾਂਗਾ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਸੁਭਾਈਮਾਨ ਹਨ। ਕੀਰਤਪੁਰ ਸਾਹਿਬ ਦੀ ਧਰਤੀ 'ਤੇ ਇੱਕ ਬਜ਼ੁਰਗ ਮਾਤਾ ਰਹਿੰਦੀ ਹੈ। ਭਾਈ ਵੀਰ ਸਿੰਘ ਜੀ ਉਹਦਾ ਨਾਮ ਮਾਈ ਤਾਬੋ ਲਿਖਦੇ ਹੈ। ਨਾ ਉਹਦਾ ਪਤੀ ਹੈ ਨਾ ਉਹਦਾ ਪੁੱਤਰ ਹੈ। ਘਰ ਦੇ ਵਿੱਚ ਇਕੱਲੀ ਰਹਿੰਦੀ ਹੈ। ਸੰਗਤ ਵਿੱਚ ਆਉਣਾ, ਮਹਾਰਾਜ ਦੇ ਸੋਹਣੇ ਦਰਸ਼ਨ ਕਰਨੇ, ਮਾਈ ਤਾਬੋ ਦਾ ਮਨ ਬੈਰਾਗੀ ਹੋ ਜਾਣਾ। ਬੜੀ ਵੱਡੀ ਭਗਤੀ ਹੋਵੇ ਫਿਰ ਜਾ ਕੇ ਸਾਧ ਸੰਗਤ ਦੀ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਆਉਣਾ ਜਾਣਾ ਬਹੁਤ ਸਾਰੇ ਲੋਕਾਂ ਨਾਲ ਬਣਿਆ ਰਹਿੰਦਾ ਹੈ, ਪਰ ਜਿਨ੍ਹਾਂ 'ਤੇ ਮਿਹਰ ਹੁੰਦੀ ਹੈ ਨਾ, ਮਹਾਰਾਜ ਉਹਨਾਂ 'ਤੇ ਕਿਰਪਾ ਕਰਦੇ ਹੈ। ਉਹਦੇ ਮਨ 'ਚ ਆਉਣਾ ਜਦੋਂ ਉਹਨੇ ਮਹਾਰਾਜ ਦੇ ਦਰਸ਼ਨ ਕਰਨੇ। ਕਵੀ ਸੰਤੋਖ ਸਿੰਘ ਜੀ ਨੇ ਉਦੋਂ ਗੁਰੂ ਹਰਿਰਾਏ ਸਾਹਿਬ ਜੀ ਦੀ ਉਮਰ, ਮਹਾਰਾਜ ਦਾ ਰੂਪ ਰੰਗ ਦਾੜਾ ਕੱਲੀ ਕੱਲੀ ਗੱਲ ਲਿਖੀ ਹੈ। ਕਹਿੰਦੇ ਮਹਾਰਾਜ ਜੀ ਦੇ ਚਿਹਰੇ 'ਤੇ ਦਾੜਾ ਅਜੇ ਪ੍ਰਕਾਸ਼ ਹੋ ਰਿਹਾ ਸੀਗਾ। ਕੱਦ ਲੰਬਾ ਸੀ ਸੱਚੇ ਪਾਤਸ਼ਾਹ ਜੀ ਦਾ। ਸਰੀਰ ਬਹੁਤ ਫਿੱਟ ਰੱਖਦੇ ਸਨ ਮਹਾਰਾਜ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਬੈਠੇ, ਉਹਦੇ ਮਨ 'ਚ ਫੁਰਨਾ ਬਣਿਆ, ਜੇ ਕਿਤੇ ਮੇਰਾ ਵੀ ਇਹੋ ਜਿਹਾ ਪੁੱਤਰ ਹੁੰਦਾ ਕਿੱਡਾ ਵਧੀਆ ਹੋਣਾ ਸੀਗਾ। ਮਨ 'ਚ ਸੋਚਿਆ, ਚਲੋ ਇਹ ਤੇ ਬਾਅਦ ਦੀਆਂ ਗੱਲਾਂ ਨੇ। ਗੁਰੂ ਹਰਿਰਾਏ ਸਾਹਿਬ ਮੇਰੇ ਸਤਿਗੁਰੂ ਨੇ, ਮੈਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਬਣਾ ਕੇ ਛਕਾਉਣਾ। ਚੇਤਾ ਰੱਖਿਓ, ਸਾਰਿਆਂ ਦੇ ਮਨਾਂ 'ਚ ਚੰਗੇ ਫੁਰਨੇ ਨਹੀਂ 'ਚ ਪੈਦਾ ਹੁੰਦੇ, ਅਤੇ ਜੇ ਚੰਗਾ ਫੁਰਨਾ ਪੈਦਾ ਹੋ ਗਿਆ ਉਹਨੂੰ ਅਮਲੀ ਰੂਪ ਕੋਈ ਵਿਰਲਾ ਵਿਰਲਾ ਹੀ ਦਿੰਦਾ ਹੈ। ਮਾਤਾ ਗਰੀਬ ਬਹੁਤ ਹੈ। ਮਹਾਰਾਜ ਜੀ ਦੇ ਸੋਹਣੇ ਦਰਸ਼ਨ ਕਰਕੇ ਪ੍ਰਸ਼ਾਦਾ ਤਿਆਰ ਕਰਨ ਦਾ ਫੁਰਨਾ ਬਣਿਆ। ਮਨ ਵਿੱਚ ਸੋਚਿਆ, ਮੈਂ ਗਰੀਬਣੀ ਜੀ ਹਾਂ, ਮੇਰੇ ਕੋਲੋਂ
महाराज छक लैणगे। चलो फिर भी प्यार जिहड़ा है ना, ये हिम्मत नहीं हारन दिंदा। माता जी ने 2 दिन भुखियां रह के गुरु साहब जी नूं छकाउण जोगे 2-4 प्रशादियां दा आटा, थोड़ा मक्खण जोड़िया, किसे घरों काम करके प्राप्त किया। प्यार बहुत है, चेता रखियो। कवि सुंदर होया है, वो लिखदा है, वो कहंदा प्रेम जहाँ नेम कैसो, सुंदर कहत यह तो प्रेम ही की बात है। इत्थे प्यार दी गल है, प्रेम दी गल है। उन्हें मेहनत की, 2-4 प्रशादे बनाए, 2 दिन की भुखी है, ते प्रशादे बना के सब्जी नहीं वो बना सकी, बस प्रशादे ही बने, मक्खण लाता, उत्ते लूण पा दिता, ते पौने च प्रशादे लपेटे। ते माई ने बड़ा अपने वालों मर्यादा दे नाल भी महाराज ने छकने हैं प्रशादे। बड़ी मेहनत नाल गुरु हरराय साहब वास्ते प्रशादा तैयार किया। पौने च लपेट के हाथ च फड़ के माता रस्ते विच खलो गई। जदों रस्ते विच खलोती, महाराज बाद दोपहर सच्चे पातशाह वाहिगुरु दोपहर तो बाद शामां तो पहला विचला समा फौजां नूं रोज़ लैके जांदे सन ते शिकार खेडते सन। बाबा जी ने दसिया ना, महाराज ने जानवरां नूं लै आउणा, उन्हां दीयां आदतां वेखणीआं, छड्ड आउणा, मारदे नहीं सी हुंदे। आम बंदियां दा शिकार किसी दी मौत बन सकदा है, गुरु साहब दा तां कीता होया शिकार भी जीवन सीगा जी, जीवन बनदा सी। महाराज लंघ रहे है, बड़ियां फौजां नाल ने। कवि जी ने दसिया चिट्टा घोड़ा महाराज दा, चिट्टा बाणा पाया, चिट्टा दस्तारा सजाया, ते दाड़ा फुट आ रहा, प्रकाश हो रहा, कलगी लाई महाराज ने। पिछे पिछे फौजां आ रही हैं। जदों महाराज आ रहे ना, माई नूं संग आ गई। माई ने सोचिया मेरी गरीबनी का प्रशादा कित्थों छकणगे, एडे वड्डे शहनशाह पातशाह, इन्ने वड्डे सतगुरु, मेरा ही प्रशादा छकना। कई बारी की हुंदा है, घरों बंदा बड़ी तैयारी करके आउंदा है, पर जदों ऐन मौके ते कोई गल नहीं बनती, उहदे कोल ऐन मौके ते संग आ जाती है। घरों पूरी तैयारी करता है, माता घरों पूरी तैयारी करके आई है। ऐन मौके ते जदों महाराज लंघ रहे हैं, प्रशादा पिछे लगा लिया, महाराज अगे लंघ गए। महाराज अगे लंघ गए, बजुर्ग माता ना कोई अगे ना कोई पिछे। माता रोन लग पई, बैराग करन लग पई। मन च कहती होएगी भी रब्बा किस नूं गरीबी ना दई, गरीबी विच ते बंदा अपने मन दियां इच्छावां भी पूरियां नहीं कर सकता। बैराग करन लग पई। कवि संतोख सिंह लिखदे, कहंदे माता पिछे बैराग कर रही है, महाराज घोड़े ते बैठे मुस्कुरा रहे हैं। सच्चे पातशाह नूं माता दी अरदास, बैराग भरी अरदास गुरु साहब जी दे कोल पहुंच रही है। महाराज ने की कीता, फिर तुरंग, तुरंग घोड़े नूं कहंदे है, फिर तुरंग निकट तिस गमने, घोड़ा मोड़ लिया महाराज ने। घोड़ा मोड़ के ऐन माता दे सामने जा खलोते नेड़े। अंतरजामी कियो उचार, अंतरजामी गुरु हरराय साहब सच्चे पातशाह अपने मुखों वचन करते हैं। की कहते हैं, हमको छुदा लगी देहो माई, त्यार आहार जे तैं कर धार। शुदा भुख नूं कहंदे। महाराज घोड़े ते बैठे है, महाराज कहंदे माई सानू भुख लगी है, कहण लगे तेरे हथ च जो भी है ना सानू दे दे। जदों किसी नूं बहुती भुख लगी होवे ना,
ਉਹ ਕਹਿੰਦਾ ਹੈ ਵੀ ਜੋ ਹੈਗਾ ਛੇਤੀ ਛੇਤੀ ਦੇ ਦੇ। ਮਹਾਰਾਜ ਕਹਿੰਦੇ ਤੇਰੇ ਹੱਥ 'ਚ ਜੋ ਹੈ ਨਾ ਛੇਤੀ ਛੇਤੀ ਦੇ ਦੇ। ਸਾਧ ਸੰਗਤ ਜੀ, ਮਾਈ ਦੀ ਖੁਸ਼ੀ ਦਾ ਅੰਦਾਜ਼ਾ ਨਹੀਂ ਰਿਹਾ ਜੀ। ਉਹ ਬੈਰਾਗ ਸੀਗਾ ਨਾ ਜਿਹੜਾ, ਵਿਗਾਸ 'ਚ ਤਬਦੀਲ ਹੋ ਗਿਆ। ਸ਼ੁਕਰ ਸ਼ੁਕਰ ਕਰਦੀ ਨੇ ਪੌਣੇ 'ਚੋਂ ਪ੍ਰਸ਼ਾਦੇ ਕੱਢੇ। ਮਹਾਰਾਜ ਘੋੜੇ ਤੇ ਬੈਠੇ ਆ, ਚਮੜੇ ਦੀ ਲਗਾਮ ਹੱਥ 'ਚ, ਚਰਨਾਂ 'ਚ ਜੋੜਾ ਪਾਇਆ, ਹੱਥ ਵੀ ਨਹੀਂ ਸੁੱਚੇ ਕੀਤੇ। ਸੱਚੇ ਪਾਤਸ਼ਾਹ ਉਂਝ ਹੀ ਪ੍ਰਸ਼ਾਦੇ ਮਾਤਾ ਦੇ ਕੋਲੋਂ ਫੜ ਕੇ ਤੇ ਛਕ ਗਏ। ਘੋੜੇ ਤੇ ਬੈਠਿਆਂ ਬਿਠਾਇਆ ਹੀ ਛਕ ਗਏ। ਮਾਤਾ ਨੂੰ ਬੜਾ ਚਾਅ ਚੜਿਆ। ਮਹਾਰਾਜ ਕਹਿੰਦੇ ਮਾਤਾ ਤੂੰ ਨਿਹਾਲ ਹੋਈ ਕਹਿਣ ਲੱਗੇ। ਲਓ, ਇੰਨੇ ਬਚਨ ਵਿੱਚ ਸਤਿਗੁਰੂ ਨੇ ਉਹਨੂੰ ਬਹੁਤ ਕੁਝ ਦੇ ਦਿੱਤਾ ਜੀ, ਬਹੁਤ ਕੁਝ ਦੇ ਦਿੱਤਾ। ਕਥਾ ਨਹੀਂ ਹੋ ਸਕਦੀ ਇਹਨੇ ਸ਼ਬਦ ਵਿੱਚ ਕੀ ਦਿੱਤਾ ਕਿ ਮਾਤਾ ਤੂੰ ਨਿਹਾਲ ਹੋਈ। ਇਹਨੇ ਸ਼ਬਦ ਵਿੱਚ ਕੀ ਕੀ ਉਹਨੂੰ ਮਿਲ ਗਿਆ ਦੀ ਕਥਾ ਨਹੀਂ ਹੋ ਸਕਦੀ। ਤੂੰ ਨਿਹਾਲ ਹੋਈ। ਮਾਤਾ ਸ਼ੁਕਰ ਸ਼ੁਕਰ ਕਰਦੀ ਆਪਣੇ ਘਰ ਨੂੰ ਚਲੇ ਗਈ। ਹੁਣ ਤੁਸੀਂ ਅੰਦਾਜ਼ਾ ਲਾਓ, ਭੁੱਖੀ ਤੇ ਮਾਤਾ ਹੈ, 2 ਦਿਨ ਦਾ ਉਹਨੇ ਪ੍ਰਸ਼ਾਦਾ ਨਹੀਂ ਸੀ ਛਕਿਆ, ਤੇ ਮਹਾਰਾਜ ਤੇ ਪ੍ਰਸ਼ਾਦਾ ਛਕ ਕੇ ਆਏ ਸਨ। ਪਰ ਵੇਖੋ, ਭੁੱਖ ਕਿਸੇ ਨੂੰ ਲੱਗੀ ਹੈ, ਪ੍ਰਸ਼ਾਦਾ ਕਿਸੇ ਨੇ ਛਕਿਆ, ਰੱਜ ਕੋਈ ਗਿਆ ਜੀ। ਭੁੱਖ ਲੱਗੀ ਸੀ ਮਾਤਾ ਨੂੰ, ਪ੍ਰਸ਼ਾਦਾ ਛਕਿਆ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੇ, ਤੇ ਰੱਜ ਮਾਤਾ ਗਈ ਸੀ। ਜਿਹੜਾ ਪਿਆਰ ਹੈ ਨਾ, ਇਹਦੇ 'ਚ ਦੇਖ ਕੇ ਆਨੰਦ ਆਉਂਦਾ ਹੈ, ਲੈ ਕੇ ਨਹੀਂ ਆਉਂਦਾ। ਲੈ ਕੇ ਉੱਥੇ ਹੁੰਦਾ ਜਿੱਥੇ ਮੋਹ ਹੋਵੇ। ਜਿੱਥੇ ਸੱਚਾ ਸੁੱਚਾ ਪ੍ਰੇਮ ਹੈ, ਉੱਥੇ ਕੁਛ ਦੇ ਕੇ ਆਨੰਦ ਆਉਂਦਾ ਹੈ, ਆਪਾ ਵਾਰ ਕੇ ਆਨੰਦ ਆਉਂਦਾ ਹੈ। ਮਾਤਾ ਨੂੰ ਭਾਵੇਂ ਭੁੱਖੀ ਸੀਗੀ, ਪਰ ਜਿੱਥੇ ਤਨ ਦੀ ਭੁੱਖ ਸੀ, ਮਨ ਦੀ ਇਹ ਭੁੱਖ ਸੀਗੀ, ਮਹਾਰਾਜ ਨੂੰ ਮੈਂ ਪ੍ਰਸ਼ਾਦਾ ਛਕਾਉਣਾ ਹੈ, ਉਹਨੂੰ ਛਕਣ ਦੀ ਨਹੀਂ, ਛਕਾਉਣ ਦੀ ਭੁੱਖ ਸੀਗੀ। ਸਿੱਖ ਮੇਰੇ ਵਰਗੇ ਲਾਗੇ ਸ਼ੰਕਾਵਾਦੀ ਖਲੋਤੇ ਸਨ। ਉਹਨਾਂ ਨੂੰ ਸ਼ੰਕਾ ਆ ਗਿਆ, ਕਹਿੰਦੇ ਵੇਖੋ ਸਾਡੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ, ਇੰਨੇ ਵੱਡੇ ਸੱਚੇ ਪਾਤਸ਼ਾਹ, ਮਾਤਾ ਕੋਲੋਂ ਮੰਗ ਕੇ ਛਕਣਾ ਪਿਆ। ਉਹਨੂੰ ਕਿਹਾ ਜੋ ਹੈਗਾ ਦੇ ਦੇ, ਸਾਡੇ ਆਉਣ ਦਾ ਕੀ ਫਾਇਦਾ ਹੈ। ਸਾਰੇ ਪਿਆਰ ਦੀ ਗੱਲ ਨਹੀਂ ਨਾ ਅੰਦਰ ਦੀ ਜਾਣਦੇ। ਚੇਤਾ ਰੱਖਿਓ, ਇੱਥੇ ਬੈਠਿਆਂ ਬੈਠਿਆਂ ਵੀ ਬੜਾ ਕੁਝ ਹੋਈ ਜਾਂਦਾ ਸਾਧ ਸੰਗਤ ਜੀ। ਬੰਦਾ ਪਿਆਰ ਦੇ ਨਾਲ ਅੰਦਰੋਂ ਅੰਦਰ ਬੋਲੀ ਵੀ ਜਾਂਦਾ ਹੈ, ਅੰਦਰੇ ਅੰਦਰੇ ਬਹੁਤ ਕੁਝ ਹੁੰਦਾ ਹੈ ਜੀ। ਪਿਆਰ ਖੇਡ ਹੀ ਐਸੀ ਹੈ, ਤੇ ਪਿਆਰ ਕੀਤਾ ਨਹੀਂ ਜਾਂਦਾ, ਮਸਕੀਨ ਜੀ ਕਹਿੰਦੇ ਹੋ ਜਾਂਦਾ ਹੈ। ਭਾਗ ਚੰਗੇ ਹੋਣ, ਇਹ ਸਤਿਗੁਰੂ ਜੀ ਨਾਲ ਹੋ ਜਾਂਦਾ ਹੈ, ਇਹ ਗੁਰੂ ਨਾਲ ਹੋ ਜਾਂਦਾ ਹੈ, ਸਾਧੂਆਂ ਨਾਲ ਹੋ ਜਾਂਦਾ ਹੈ। ਸਿੱਖ ਕਹਿੰਦੇ ਸਾਡੇ ਹੋਣ ਦਾ ਕੀ ਫਾਇਦਾ। ਤੇ ਵਿਚਾਰ ਪਤਾ ਕੀ ਕੀਤੀ, ਮਹਾਰਾਜ ਦੀ ਉਮਰ ਜਵਾਨੀ ਦੀ ਹੈ, ਜਵਾਨੀ 'ਚ ਭੁੱਖ ਜ਼ਿਆਦਾ ਲੱਗਦੀ ਹੈ, ਮਹਾਰਾਜ ਨੂੰ ਛੇਤੀ ਭੁੱਖ ਲੱਗ ਜਾਂਦੀ ਹੈ। ਉੱਤੋਂ ਘੋੜਸਵਾਰੀ ਕਰਦੇ ਆ, ਤੇ ਜਿਹੜਾ ਘੋੜਸਵਾਰੀ ਕਰੇ ਸਰੀਰ ਕੁੱਦਦਾ ਰਹਿੰਦਾ, ਤਾਂ ਵੀ ਭੁੱਖ ਜ਼ਿਆਦਾ ਲੱਗਦੀ। ਉਹ ਸੋਚਦੇ ਆ ਵੀ ਮਹਾਰਾਜ ਨੂੰ ਭੁੱਖ ਨਾ ਲੱਗ ਜਾਂਦੀ ਹੈ, ਤੇ ਕੱਲ ਨੂੰ ਜਿੱਥੇ ਕਮਾਈ ਕੋਲੋਂ ਪ੍ਰਸ਼ਾਦਾ ਮੰਗਿਆ ਨਾ, ਉੱਥੇ ਅਸੀਂ ਛਕਾ ਦੇਣਾ ਮਹਾਰਾਜ। ਅਗਲੇ ਦਿਨ ਜਦੋਂ ਮਹਾਰਾਜ ਨੇ ਜਾਣਾ, ਖੀਰ ਕੜਾਹ ਬੜਾ ਕੁਝ ਬਣਾ ਲਿਆ। ਜਿੱਥੇ ਕਿ ਜਾ ਕੇ ਮਾਤਾ ਕੋਲੋਂ ਮਹਾਰਾਜ ਨੇ ਪ੍ਰਸ਼ਾਦਾ ਮੰਗਿਆ, ਉੱਥੇ ਕਿ ਜਾ ਕੇ ਸਿੱਖਾਂ ਨੇ ਮਹਾਰਾਜ ਦਾ ਘੋੜਾ ਘੇਰਿਆ। ਮਹਾਰਾਜ ਹੱਥ ਸੁੱਚੇ ਕਰ ਲਓ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਪ੍ਰਸ਼ਾਦਾ ਛਕ ਲਓ, ਹੱਥ ਸੁੱਚੇ ਕਰ ਲਓ। ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਮਹਾਰਾਜ ਨੇ ਉਦੋਂ ਫਿਰ ਸਿੱਖਾਂ ਨੂੰ ਆਖਿਆ, ਸੁਣ ਸਤਿਗੁਰੂ ਹਰ ਖਾਏ ਬਖਾਨਿਓ। ਮਹਾਰਾਜ ਘੋੜੇ ਤੇ ਬੈਠੇ ਖੁਸ਼ ਹੋ ਗਏ, ਖੁਸ਼ ਹੋ ਕੇ ਬਚਨ ਕੀਤਾ, ਸੁਣ ਸਤਿਗੁਰੂ ਹਰ ਖਾਏ ਬਖਾਨਿਓ, ਬੇਮਰਜ਼ਾਦ ਆਹਾਰ ਤਿਆਰ।
चले जात हम घोड़े ऊपर, कौन समो तुम करियो विचार। ਉਹ ਮਹਾਰਾਜ ਕਹਿੰਦੇ ਸਿੱਖੋ ਸਮੇਂ ਦੀ ਵੀ ਵਿਚਾਰ ਕਰਿਆ ਕਰੋ। ਜਿਵੇਂ ਆਪਾਂ ਕਹਿੰਦੇ ਬੇਟਾਈਮੀ ਰੋਟੀ, ਮਹਾਰਾਜ ਕਹਿੰਦੇ ਬੇਮਰਜ਼ਾਦਾ ਭੋਜਨ। ਇਹ ਕੀ ਗੱਲ ਮਹਾਰਾਜ ਕਹਿਣ ਲੱਗੇ? ਅਸੀਂ ਘੋੜੇ ਤੇ ਬੈਠੇ ਹੋਏ ਹਾਂ, ਚਮੜੇ ਦੀਆਂ ਲਗਾਮਾਂ ਹੱਥ 'ਚ ਫੜੀਆਂ, ਚਰਨਾਂ 'ਚ ਜੋੜਾ ਪਾਇਆ, ਇਹ ਪ੍ਰਸ਼ਾਦਾ ਛਕਣ ਦੀ ਮਰਿਆਦਾ ਮਹਾਰਾਜ ਕਹਿਣ ਲੱਗੇ। ਸਿੱਖ ਅੱਗੋਂ ਬੋਲ ਨਾ ਸਕੇ, ਚੁੱਪ ਰਹੇ, ਸ਼ਾਂਤ ਰਹੇ। ਕੁਝ ਦਿਨਾਂ ਬਾਅਦ ਮਹਾਰਾਜ ਬੜੇ ਵਿਗਾਸ ਵਿੱਚ ਆਸਣ ਤੇ ਬੈਠੇ ਆ, ਸੰਗਤਾਂ ਦੇ ਨਾਲ ਮਹਾਰਾਜ ਹਾਸ ਰਸ ਦੇ ਬਚਨ ਕਰ ਰਹੇ। ਤੇ ਉਸ ਸਮੇਂ ਫਿਰ ਸਿੱਖਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸਾਧ ਸੰਗਤ ਜੀ, ਕਿਸੇ ਸਾਧੂ ਮਹਾਤਮਾ ਸੰਤ ਉਹਨਾਂ ਨਾਲ ਗੱਲ ਕਰਨੀ ਹੋਵੇ, ਕੋਈ ਬਚਨ ਕਰਨਾ ਹੋਵੇ, ਮੌਕਾ ਵੇਖ ਕੇ ਕਰਨਾ ਚਾਹੀਦਾ। ਇਹ ਨਹੀਂ ਹੈ ਵੀ ਉਹ ਕਿਸੇ ਹਿਸਾਬ 'ਚ ਬੈਠੇ ਹੋਣ ਤੇ ਅਸੀਂ ਜਾ ਕੇ ਆਪਣੀ ਗੱਲ ਹੀ ਤੋਰ ਦਈਏ, ਅੰਦਰ ਦਾ ਰਸ ਖਰਾਬ ਹੋ ਜਾਂਦਾ ਹੈ। ਸਿੱਖਾਂ ਵੇਖਿਆ ਵੀ ਹੁਣ ਮਹਾਰਾਜ ਪ੍ਰਸੰਨ ਚਿੱਤ ਬੈਠੇ। ਸਿੱਖਾਂ ਬੇਨਤੀ ਕੀਤੀ, ਮਹਾਰਾਜ ਇੱਕ ਬੇਨਤੀ ਕਰਨੀ ਹੈ। ਮਹਾਰਾਜ ਕਹਿਣ ਲੱਗੇ ਸਾਨੂੰ ਪਤਾ ਹੈ ਤੁਸੀਂ ਕੀ ਕਹਿਣਾ। ਫਿਰ ਵੀ ਮਹਾਰਾਜ ਕਹਿੰਦੇ ਕਹੋ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਸਾਡਾ ਮਰਿਆਦਾ ਨਾਲ ਤਿਆਰ ਕੀਤਾ ਪ੍ਰਸ਼ਾਦਾ ਆਪ ਜੀ ਨੇ ਕਿਹਾ ਬੇਮਰਿਆਦਾ ਹੈ। ਮਹਾਰਾਜ ਮਾਤਾ ਕੋਲੋਂ ਆਪ ਜੀ ਮੰਗ ਕੇ ਛਕ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਤਰ ਦਿੱਤਾ। ਮਹਾਰਾਜ ਕਹਿੰਦੇ ਸਿੱਖੋ ਧਿਆਨ ਨਾਲ ਸੁਣੋ, ਸਾਡੇ ਤਨ ਨੂੰ ਹੀ ਨਹੀਂ ਭੁੱਖ ਲੱਗਦੀ, ਸਾਡੇ ਮਨ ਨੂੰ ਵੀ ਲੱਗਦੀ ਹੈ। ਗੱਜ ਕੇ ਆਖੋ, ਗੱਜ ਕੇ। ਸਾਡੇ ਮਨ ਨੂੰ ਵੀ ਲੱਗਦੀ। ਕਹਿਣ ਲੱਗੇ ਮਹਾਰਾਜ ਭਾਵ ਨਹੀਂ ਸਮਝੇ। ਮਹਾਰਾਜ ਕਹਿਣ ਲੱਗੇ ਸਾਡਾ ਮਨ ਜਿਹੜਾ ਹੈ ਨਾ, ਉਹ ਪ੍ਰੇਮ ਦਾ ਭੁੱਖਾ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਗੋਬਿੰਦ ਭਾਉ ਭਗਤ ਦਾ ਭੁੱਖਾ। ਮਹਾਰਾਜ ਪ੍ਰਸੰਨ ਹੋ ਜਾਣਗੇ ਗੁਰੂ ਹਰਿਰਾਏ ਸਾਹਿਬ ਜੇ ਕੋਈ ਮਹਾਰਾਜ ਨੂੰ ਪ੍ਰੇਮ ਕਰੇ ਜੀ। ਪ੍ਰੇਮ ਕਰਕੇ ਵੇਖੋ, ਨਿਹਾਲ ਕਰ ਦਿੰਦੇ ਸੱਚੇ ਪਾਤਸ਼ਾਹ। ਮਹਾਰਾਜ ਕਹਿਣ ਲੱਗੇ ਮਾਤਾ ਦਾ ਪਿਆਰ ਬਹੁਤ ਸੀ। ਕਹਿਣ ਲੱਗੇ ਮਾਤਾ ਦਾ ਪਿਆਰ ਅਸੀਂ ਤੇ ਰੱਜੇ ਹੀ ਸਾਂ, ਪਰ ਜਦੋਂ ਮਾਤਾ ਦਾ ਪ੍ਰੇਮ ਵੇਖਿਆ ਸਾਡੇ ਕੋਲੋਂ ਰਿਹਾ ਨਾ ਗਿਆ, ਸਾਨੂੰ ਮੰਗ ਕੇ ਛਕਣਾ ਪਿਆ। ਕਹਿਣ ਲੱਗੇ ਮਾਤਾ ਦੇ ਪ੍ਰੇਮ ਕਰਕੇ। ਬਾਕੀ ਆਪਣੀ ਜਗ੍ਹਾ ਤੇ ਮਰਿਆਦਾ ਵੀ ਰੱਖਣੀ ਹੈ। ਬਚਨ ਮਹਾਰਾਜ ਦਾ ਇੱਕ ਇੱਕ ਕੀਮਤੀ ਹੈ। ਸਤਿਗੁਰੂ ਕਹਿਣ ਲੱਗੇ ਆਪਣੀ ਥਾਂ ਤੇ ਮਰਿਆਦਾ ਰੱਖਣੀ ਹੈ, ਆਪਣੇ ਘਰ ਮਰਿਆਦਾ ਰੱਖਣੀ ਹੈ, ਪਰ ਜਿੱਥੇ ਪ੍ਰੇਮ ਹੋਵੇ ਉੱਥੇ ਪਹਿਲ ਪ੍ਰੇਮ ਨੂੰ ਹੀ ਦੇਣੀ ਹੈ। ਕਹਿਣ ਲੱਗੇ ਉਹ ਬਚਨ ਪ੍ਰੇਮ ਜਹਾਂ ਨੇਮ ਕੈਸੋ, ਸੁੰਦਰ ਕਹਿਤ ਯਹ ਤੋ ਪ੍ਰੇਮ ਹੀ ਕੀ ਬਾਤ ਹੈ। ਇੱਥੇ ਪਿਆਰ ਵਾਲਾ ਪ੍ਰਵਾਨ ਹੈ। ਜੇ ਕੋਈ ਬੰਦਾ ਕਿਸੇ ਨੂੰ ਪਿਆਰ ਕਰੇ ਸਾਧ ਸੰਗਤ ਜੀ, ਉਹ ਉਹਦੇ ਵੱਸ ਹੋ ਜਾਂਦਾ ਹੈ। ਤੇ ਜਿਹੜਾ ਸਤਿਗੁਰੂ ਜੀ ਨੂੰ ਪਿਆਰ ਕਰੇਗਾ, ਮਹਾਰਾਜ ਨਹੀਂ ਉਹਦੇ ਵੱਸ ਹੋਣਗੇ ਜੀ। ਤੇ ਚੇਤਾ ਰੱਖਿਓ, ਬੰਦੇ ਦਾ ਪਿਆਰ, ਬੰਦੇ ਦਾ ਵੱਸ ਹੋਣਾ ਤਾਂ ਇੰਨਾ ਕੀ ਹੈ ਨਾ ਜਿੱਡਾ ਕੁ ਬੰਦਾ ਹੈ, ਪਰ ਜਿਨ੍ਹਾਂ ਦੇ ਵੱਲ ਫਿਰ ਗੁਰੂ ਸਾਹਿਬ ਹੋ ਜਾਂਦੇ ਆ ਨਾ, ਉਹਨਾਂ ਨੂੰ ਫਿਰ ਕੋਈ ਕਮੀ ਨਹੀਂ ਰਹਿੰਦੀ। ਆਸਾ ਪਾਸਾ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕੁਝ ਹੀ ਨਿਹਾਲ ਕਰ ਦਿੰਦੇ। ਕੇਵਲ ਇੱਕ ਛੋਟੀ ਜੀ ਗੱਲ ਮਹਾਰਾਜ ਨੇ ਉਹਨੂੰ ਬਚਨ ਕਿਹਾ। ਵੇਖਣ ਨੂੰ ਸ਼ਬਦ ਛੋਟੇ ਨੇ, ਅੱਖਰ ਛੋਟੇ ਹੈ, ਪਰ ਉਹਨਾਂ ਵਿੱਚ ਹੈ ਬੜਾ ਕੁਝ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਮਾਈ ਤੂੰ ਨਿਹਾਲ ਹੋਈ। ਕਹਿਣ ਲੱਗੇ ਬਸ ਉਸ ਨਿਹਾਲ 'ਚ ਐਸਾ ਨਿਹਾਲ ਕੀਤਾ ਸਾਧ ਸੰਗਤ ਜੀ, ਉਹਦੀ ਕਥਾ ਹੀ ਨਹੀਂ ਹੋ ਸਕਦੀ। ਉਹਨੂੰ ਕੀ ਅਵਸਥਾ ਪ੍ਰਾਪਤ ਹੋ ਗਈ ਜੀ। ਮਹਾਰਾਜ ਮਾਲਵੇ 'ਚ ਗਏ, ਸ੍ਰੀ ਗੁਰੂ ਹਰਿਰਾਏ ਸਾਹਿਬ। ਜਦੋਂ ਸਤਿਗੁਰੂ ਜੀ ਮਹਲ ਵਿੱਚ ਗਏ ਨਾ, 2 ਕਬੀਲੇ ਸਨ। ਬੜੇ ਧਿਆਨ ਨਾਲ ਗੱਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। 2 ਕਬੀਲੇ ਸਨ। ਇੱਕ ਸੀ ਕੌੜੇ ਗੋਤ ਵਾਲਿਆਂ ਦਾ, ਇੱਕ ਸੀ ਮਹਾਰਾਜਕਿਆਂ ਦਾ। ਜਿਹੜਾ ਮਾੜਾ ਕਬੀਲਾ ਸੀ ਨਾ, ਤਗੜੇ ਕਬੀਲੇ ਵਾਲੇ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ। ਬੜਾ ਬੁਰਾ ਹਾਲ ਸੀਗਾ ਉਹਨਾਂ ਦਾ। ਉਸ ਕਬੀਲੇ ਵਿੱਚੋਂ
ਮੁਖੀਆਂ ਵਿੱਚੋਂ ਕਹਿ ਲਓ ਭਾਈ ਕਾਲਾ ਸੀਗਾ ਜੀ। ਭਾਈ ਕਾਲੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਸਾਰੇ ਕਬੀਲੇ ਵਾਲੇ ਇਕੱਠੇ ਹੋ ਕੇ ਗੁਰੂ ਹਰਿਰਾਏ ਸਾਹਿਬ ਜੀ ਕੋ ਆ ਗਏ। ਸੱਚੇ ਪਾਤਸ਼ਾਹ ਅਸੀਂ ਸਾਰੇ ਹੀ ਤੁਹਾਡੇ ਅਧੀਨ ਹੈਗੇ ਮਹਾਰਾਜ, ਅਸੀਂ ਸਾਰੇ ਤੁਹਾਡੀ ਸ਼ਰਨ 'ਚ ਹੈਗੇ। ਤੇ ਤੁਸੀਂ ਅੰਦਾਜ਼ਾ ਲਾਓ, ਜਿਹੜਾ ਗੁਰੂ ਜੀ ਦੀ ਸ਼ਰਨ 'ਚ ਰਹਿ ਜਾਏਗਾ ਉਹ ਦੁਖੀ ਰਹਿ ਸਕਦਾ ਹੈ ਜੀ? ਉਹ ਦੁਖੀ ਨਹੀਂ ਰਹਿ ਸਕਦਾ। ਜਦੋਂ ਮਹਾਰਾਜ ਨੇ ਕਿਹਾ ਵਾਹਿਗੁਰੂ ਭਾਈ ਕਾਲੇ ਹੋਣਾ ਸਾਰਿਆਂ ਕਿਹਾ ਨਾ, ਮਹਾਰਾਜ ਅਸੀਂ ਤੁਹਾਡੇ ਚਰਨਾਂ 'ਚ ਹੈਗੇ ਸੱਚੇ ਪਾਤਸ਼ਾਹ। ਮਹਾਰਾਜ ਅਸੀਂ ਜਿਹੋ ਜਿਹੇ ਵੀ ਹਾਂ ਤੁਹਾਡੇ ਹਾਂ। ਮਹਾਰਾਜ ਕਹਿਣ ਲੱਗੇ ਦੱਸੋ? ਕਹਿੰਦੇ ਮਹਾਰਾਜ ਦੂਜੇ ਕਬੀਲੇ ਵਾਲੇ ਸਾਡਾ ਮਜ਼ਾਕ ਉਡਾਉਂਦੇ ਆ, ਸਾਡਾ ਬੜਾ ਤਿਰਸਕਾਰ ਹੁੰਦਾ। ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਦਾਰਿਦ ਦੇਖ ਸਭ ਕੋ ਹੱਸੈ। ਮਹਾਰਾਜ ਸਾਡੀ ਗਰੀਬੀ ਨੂੰ ਵੇਖ ਕੇ ਸਾਰੇ ਹੱਸਦੇ, ਸਾਡੇ ਕੋਲ ਆਪਣੀ ਜਗ੍ਹਾ ਕੋਈ ਨਹੀਂ। ਚਲੋ ਜਿਨ੍ਹਾਂ ਕੋ ਜਗ੍ਹਾ ਦਵਾਉਣੀ ਸੀ ਮਹਾਰਾਜ ਨੇ ਉਹਨਾਂ ਨਾਲ ਗੱਲ ਕੀਤੀ, ਪਰ ਉਹ ਆਕੜੇ ਸਨ, ਉਹਨਾਂ ਬਚਨ ਨਹੀਂ ਮੰਨਿਆ। ਮਹਾਰਾਜ ਕਹਿਣ ਲੱਗੇ ਇੰਝ ਕਰੋ, ਸਵੇਰੇ ਤੜਕੇ ਉੱਠਿਓ, ਸਾਰਾ ਸਮਾਨ ਗੱਡੇ 'ਚ ਲੱਦਿਓ, ਗੱਡਿਆਂ 'ਚ ਲੱਦਿਓ, ਪਰਿਵਾਰਾਂ ਦੇ ਸਮੇਤ ਤੁਰ ਪਿਓ। ਜਿੱਥੇ ਜਾ ਕੇ ਸ਼ਾਮ ਹੋ ਜਾਏਗੀ ਉੱਥੇ ਰੁਕ ਜਾਇਓ, ਉਹ ਜਗ੍ਹਾ ਤੁਹਾਡੀ ਹੋਏਗੀ। ਕਹਿਣ ਲੱਗੇ ਉਹ ਜਗ੍ਹਾ ਹੀ ਤੁਹਾਡੀ ਹੋਏਗੀ। ਉਹ ਫਿਰ ਤੁਰ ਪਏ ਜੀ। ਸਤਿਗੁਰੂ ਜੀ ਦਾ ਬਚਨ ਹੈ, ਗੁਰੂ ਹਰਿਰਾਏ ਸਾਹਿਬ ਜੀ ਦਾ ਮਗਰ। ਜਦੋਂ ਮਹਾਰਾਜ ਦਾ ਬਚਨ ਲੈ ਕੇ ਤੁਰ ਪਏ, ਸਵੇਰੇ ਤੜਕੇ ਤੁਰੇ, ਮਾਈਆਂ ਬੀਬੀਆਂ ਭੈਣਾਂ ਬੱਚੇ ਸਾਰੇ ਤਿਆਰ ਹੋਏ, ਗੱਡਿਆਂ 'ਚ ਰੱਖਿਆ ਸਮਾਨ ਤੇ ਤੁਰੀ ਗਏ ਤੁਰੀ ਗਏ ਤੁਰੀ ਗਏ। ਜਿੱਥੇ ਕਿ ਸ਼ਾਮਾਂ ਪਾਈਆਂ ਉੱਥੇ ਲੱਗਲੇ ਤੰਬੂ ਵੀ ਇਹ ਥਾਂ ਸਾਡੀ ਹੈ। ਵੱਡੀ ਗੱਲ, ਉਹਨਾਂ ਨੂੰ ਗੁਰੂ ਹਰਿਰਾਏ ਸਾਹਿਬ ਜੀ ਦੇ ਬਚਨ ਤੇ ਬੜਾ ਭਰੋਸਾ ਸੀ ਵੀ ਮਹਾਰਾਜ ਨੇ ਕਹਿ ਤਾਂ ਹੁਣ ਸਾਨੂੰ ਠਾਉਣ ਵਾਲਾ ਕੋਈ ਨਹੀਂ ਹੈਗਾ ਜੀ, ਜਗ੍ਹਾ ਹੁਣ ਸਾਡੀ ਹੈ। ਉਹ ਹੁਣ ਜਗ੍ਹਾ ਸੀ ਨਾ ਜਿਹਦੀ, ਉਹ ਬੜਾ ਵੱਡਾ ਯੋਧਾ ਸੀਗਾ। 3 ਤਰੀਕੇ ਦੇ ਸੂਰਮੇ ਹੁੰਦੇ, ਇੱਕ ਹੁੰਦੇ ਆ ਰੱਥੀ, ਇੱਕ ਹੁੰਦੇ ਅਤ ਰੱਥੀ, ਇੱਕ ਹੁੰਦੇ ਮਹਾਰਥੀ। 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦੇ ਮਹਾਰਥੀ ਸਨ, ਮਹਾਰਥੀ ਸੂਰਮੇ। ਉਹ ਵੀ ਮਹਾਰਥੀ ਸੀਗਾ ਜੀ। ਉਹਦਾ ਨਾਂ ਸੀ ਜੈਤ ਪੁਰਾਣਾ। ਉਹਦੇ ਜਨਮ ਦੀ ਆਪਣੀ ਕਥਾ ਹੈ, ਇਹ ਸਮਾਂ ਨਹੀਂ ਹੈ ਉਹ ਕਥਾ ਕਰਨ ਦਾ। ਜੈਤ ਪੁਰਾਣਾ ਬੜਾ ਵੱਡਾ ਯੋਧਾ ਹੈ। ਆਸੇ ਪਾਸੇ ਧਾਂਗ ਹੈ, ਲੋਕ ਡਰਦੇ ਆ। ਜਗ੍ਹਾ ਉਹਦੀ ਹੈ, ਸਿੱਖ ਜਾ ਕੇ ਉਹਦੀ ਜਗ੍ਹਾ ਤੇ ਬਹਿ ਗਏ, ਕਬੀਲੇ ਵਾਲੇ ਭਾਈ ਕਾਲੇ ਹੋਣੇ। ਉਹ ਜੈਤ ਪੁਰਾਣੇ ਨੂੰ ਪਤਾ ਲੱਗਾ ਵੀ ਸਾਡੀ ਜਗ੍ਹਾ ਤੇ ਆ ਕੇ ਕੋਈ ਬਹਿ ਗਿਆ। ਪਹਿਲਾਂ ਵੀ ਮਹਾਰਾਜ ਨੇ ਜੈਤ ਪੁਰਾਣੇ ਨੂੰ ਆਖਿਆ ਸੀਗਾ ਵੀ ਜਗ੍ਹਾ ਇਹਨਾਂ ਨੂੰ ਦੇ ਦੇ, ਉਹ ਮੰਨਿਆ ਨਹੀਂ ਸੀ। ਤੇ ਅਸੀਂ ਤੇ ਰਜਿਸਟਰੀਆਂ ਵੀ ਜਿਹੜੀਆਂ ਕਰਾਈਆਂ, ਕਬਜ਼ਾ ਹੀ ਹੈ ਜਗ੍ਹਾ ਤੇ ਸਾਰੀ ਮਹਾਰਾਜ ਦੀ ਹੈ। ਸਗਲੀ ਧਰਤੀ ਸਾਧ ਕੀ। ਉਹ ਜੈਤ ਪੁਰਾਣੇ ਨੇ ਬੰਦਾ ਭੇਜਿਆ, ਉੱਠ ਜੋ। ਭਾਈ ਕਾਲੇ ਤੇ ਉਹਦੇ ਨਾਲ ਦੇ ਸਾਥੀ ਕਬੀਲੇ ਵਾਲਿਆਂ ਨੂੰ ਪਤਾ ਲੱਗਾ ਵੀ ਇਹ ਤੇ ਜੈਤ ਪੁਰਾਣੇ ਦੀ ਜਗ੍ਹਾ ਹੈ। ਸੁਣ ਕੇ ਕਵੀ ਜੀ ਕਹਿੰਦੇ ਇੱਕ ਵਾਰੀ ਲੱਤਾਂ ਕੰਬਣ ਲੱਗ ਪਈਆਂ ਜੀ, ਵੀ ਇਹ ਤੇ ਬੜੇ ਵੱਡੇ ਯੋਧੇ ਦੀ ਜਗ੍ਹਾ ਹੈ। ਪਰ ਕਰਨ ਕੀ? ਗੁਰੂ ਹਰਿਰਾਏ ਸਾਹਿਬ ਜੀ ਦਾ ਬਚਨ ਸੀ ਵੀ ਉੱਠਣਾ ਨਹੀਂ ਉੱਥੋਂ। ਜਿਹਦੀ ਜਗ੍ਹਾ ਉਹ ਵੀ ਬੜਾ ਯੋਧਾ। ਜੈਤ ਪੁਰਾਣੇ ਨੇ ਸੁਨੇਹਾ ਘਲਾਇਆ ਵੀ ਉੱਠ ਜੋ, ਨਹੀਂ ਤੇ ਫਿਰ ਵੇਖਿਓ ਕੀ ਹਾਲ ਹੁੰਦਾ ਹੈ। ਭਾਈ ਕਾਲਾ ਕੁਝ ਸਾਥੀਆਂ ਸਮੇਤ ਤੁਰਿਆ, ਮਹਾਰਾਜ ਕੋ ਆਇਆ। ਸੱਚੇ ਪਾਤਸ਼ਾਹ ਮਹਾਰਾਜ ਅਸੀਂ ਤੇ ਤੁਹਾਡਾ ਬਚਨ ਕਮਾਇਆ, ਉੱਥੇ ਆ ਕੇ ਬੈਠ ਗਏ ਆ, ਅੱਗੋਂ ਮਹਾਰਾਜ ਹੁਣ ਤੁਸਾਂ ਵੇਖਣਾ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ ਵੇਖਣਾ ਕੀ ਹੈ? ਲਾ ਦਿਓ ਮੋਰਚਾ, ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਫਿਰ ਆਉਂਦਾ ਤੇ ਆ ਜੇ। ਭਾਈ ਕਾਲੇ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਤੇ ਭਰੋਸਾ ਪੂਰਾ ਹੈ। ਗੱਲ ਭਰੋਸੇ ਨਾਲ ਹੀ ਬਣਦੀ ਹੈ। ਭਰੋਸਾ ਪੂਰਾ ਹੈ ਵੀ ਜੇ ਹੁਣ ਮਹਾਰਾਜ ਨੇ ਕਿਹਾ ਹੈ ਨਾ, ਮਹਾਰਾਜ ਕਿਰਪਾ ਵੀ ਕਰਨਗੇ। ਜੈਤ ਪੁਰਾਣੇ ਨੇ
क्या भी तैयार हो जाओ, भी तैयार हो गए, अमृत वेला है। मैं सारी साखी नहीं सुना सकता, विचों विचों सुना रही। ਉਹ ਭਾਈ ਕਾਲੇ ਦੇ ਕਬੀਲੇ ਵਾਲੇ ਕਹਿਣ ਤੂੰ ਕਿਰੇ ਨਾਲ ਪੰਗਾ ਲੈ ਲਿਆ, ਤੈਨੂੰ ਪਤਾ ਵੀ ਹੈ ਤੂੰ ਤੇ ਇੱਕ ਨਹੀਂ ਝੱਲਣੀ ਉਹਦੀ, ਉਹ ਜਿੱਡਾ ਵੱਡਾ ਯੋਧਾ ਸ਼ੇਰ ਦੇ ਨਾਲ ਲੜਦਾ ਹੁੰਦਾ ਸੀ, ਉਹ ਜਿੱਡਾ ਵੱਡਾ ਯੋਧਾ ਤੂੰ ਇੱਕ ਨਹੀਂ ਝੱਲਣੀ। ਭਾਈ ਕਾਲਾ ਕਹਿੰਦਾ ਮੈਨੂੰ ਗੁਰੂ ਹਰਿਰਾਏ ਸਾਹਿਬ ਜੀ ਤੇ ਭਰੋਸਾ ਹੈ। ਗੱਲ ਤੇ ਇੱਥੇ ਟੁੱਕਦੀ ਹੈ ਸਾਰੀ। ਦਿਨ ਆ ਗਿਆ ਜੀ, ਤੇ ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਹੈ ਲਾਈਵ ਦੀ। ਮਹਾਰਾਜ ਕਿਤੇ ਬੈਠੇ ਆ, ਕਿੰਨੇ ਕਿਲੋਮੀਟਰਾਂ ਦਾ ਫਰਕ ਹੈ ਜਿੱਥੇ ਦੋਵਾਂ ਦਾ ਹੋਣਾ ਆਪਸ ਵਿੱਚ। ਗੁਰੂ ਹਰਿਰਾਏ ਸਾਹਿਬ ਮਹਾਰਾਜ ਇੱਕ ਪਾਸੇ ਬੈਠੇ ਆ, ਜਿੱਥੇ ਬੈਠੇ ਮਹਾਰਾਜ ਉੱਥੇ ਹੀ ਸਾਰਾ ਕੁਝ ਵੇਖੀ ਜਾ ਰਹੇ ਵੀ ਕੀ ਹੋ ਰਿਹਾ ਉੱਥੇ। ਜਦੋਂ ਮਹਾਰਾਜ ਉੱਥੇ ਬੈਠੇ ਵੇਖੀ ਜਾਂਦੇ ਆ ਤੇ ਉਧਰੋਂ ਜੈਤਾ ਆ ਗਿਆ, ਜੈਤ ਪੁਰਾਣਾ, ਉਹਨੇ ਹਮਲਾ ਕੀਤਾ। ਗੁਰੂ ਹਰਿਰਾਏ ਸਾਹਿਬ ਕੋ ਗੁਪਤ ਫੌਜਾਂ ਨੇ, ਮਹਾਰਾਜ ਮਾਲਕ ਨੇ, ਸਾਰੀਆਂ ਤਾਕਤਾਂ ਦੇ ਮਾਲਕ ਨੇ। ਗੁਰੂ ਹਰਿਰਾਏ ਸਾਹਿਬ ਜੀ ਨੇ 2 ਵੀਰ ਭੇਜੇ ਜੀ ਗੁਪਤ, 52 ਵੀਰ ਨੇ, 84 ਸਿੱਧ ਨੇ, 52 ਵੀਰ ਨੇ, 9 ਨਾਥ ਨੇ, 6 ਜਤੀ ਹੈ। ਇਹ ਸਾਰੇ ਹੀ ਸਤਿਗੁਰਾਂ ਦੇ ਅਧੀਨ ਹੀ ਨੇ, ਮਹਾਰਾਜ ਦੇ ਹੁਕਮ 'ਚ ਚੱਲਦੇ ਆ, ਹੁਣ ਵੀ ਨੇ ਉਹ ਦੁਨੀਆ 'ਚ, ਗਏ ਨਹੀਂ ਕਿਤੇ। 2 ਵੀਰ ਭੇਜੇ, ਉਹਨਾਂ ਵੀਰਾਂ ਨੇ ਜੈਤੇ ਦੀ ਬਾਂਹ ਫੜੀ ਰੋਕਣ ਵਾਸਤੇ, ਉਹ ਨਹੀਂ ਕੰਟਰੋਲ ਹੋਈ, ਐਡਾ ਸੂਰਮਾ ਸੀ। ਗੁਪਤ ਵੀਰ ਨੇ 2 ਹੋਰ ਭੇਜਤੇ ਮਹਾਰਾਜ ਨੇ, ਉਹਨਾਂ ਦੀਆਂ ਲੱਤਾਂ ਫੜਦੀਆਂ। 4 ਵੀਰ ਲੱਗੇ, ਫਿਰ ਵੀ ਨਾ ਰੁਕਿਆ ਉਹਦਾ ਜ਼ੋਰ। ਜੈਤੇ ਨੂੰ ਨਹੀਂ ਵੇਖ ਰਿਹਾ ਕੌਣ ਰੋਕ ਰਿਹਾ, ਪਰ ਉਹਨੂੰ ਪਤਾ ਹੈ ਵੀ ਮੈਨੂੰ ਕੋਈ ਰੋਕ ਰਿਹਾ। ਫਿਰ ਵੀ ਉਹ ਜ਼ੋਰ ਲਾ ਕੇ ਬਰਛੀ ਅੱਗੇ ਲੈ ਕੇ ਗਿਆ, ਇੱਥੇ ਲੈ ਗਿਆ ਸੀਨੇ ਲਾਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਲਾਗੇ ਢਾਲ ਸੀਗੀ ਗੁਰੂ ਹਰਿਰਾਏ ਸਾਹਿਬ ਦੀ। ਮਹਾਰਾਜ ਜਿੱਥੇ ਬੈਠੇ ਆ ਨਾ, ਉੱਥੋਂ ਹੀ ਢਾਲ ਫੜ ਕੇ ਅੱਗੇ ਕੀਤੀ। ਉਹ ਜੰਗ ਦੇ ਮੈਦਾਨ 'ਚ ਉਹਦੀ ਬਰਛੀ ਦੇ ਅੱਗੇ ਜਾ ਕੇ ਹੋ ਗਈ ਜੀ ਢਾਲ ਦੀ, ਉੱਥੇ ਅੱਗੇ ਚਲੇ ਗਈ। ਵਿਖੇ ਨਾ, ਪਰ ਉਹਨੇ ਅਸਰ ਕੀਤਾ ਪੂਰਾ ਢਾਲ ਨੇ। ਫਿਰ ਵੀ ਜੈਤ ਪੁਰਾਣੇ 'ਚ ਇੰਨਾ ਜ਼ੋਰ ਹੈ, ਬਰਛੀ ਢਾਲ ਵੀ ਪਾਰ ਕਰ ਗਈ ਤੇ ਮਹਾਰਾਜ ਦੇ ਇੱਥੇ ਹੱਥ ਤੇ ਬਰਛੀ ਲੱਗ ਗਈ। ਫਿਰ ਮਹਾਰਾਜ ਨੇ ਜ਼ੋਰ ਲਾਇਆ, ਜੈਤਾਂ ਪਛਾਹ ਗਿਆ। ਕਾਲੇ ਨੂੰ ਜ਼ੋਰ ਬਖਸ਼ਿਆ ਮਹਾਰਾਜ ਨੇ, ਉਹਨੇ ਇੱਕ ਮਾਰੀ ਤਲਵਾਰ, ਜੈਤ ਪੁਰਾਣੇ ਦਾ ਸਿਰ ਇਉਂ ਲਾ ਕੇ ਰੱਖਿਆ ਜਿਵੇਂ ਗਾਜਰ ਕੱਟੀ ਦੀ ਹੈ ਜੀ। ਉਹ ਸਾਰੇ ਕਾਲਾ ਹੈਰਾਨ ਹੋ ਗਿਆ ਪਹਿਲਾਂ ਤੇ ਵੀ ਇਹ ਤਾਂ ਬੜਾ ਵੱਡਾ ਯੋਧਾ, ਇਹਨੂੰ ਤਾਂ ਟਾਈਮ ਹੀ ਨਹੀਂ ਲੱਗਾ, ਚੁਟਕੀ 'ਚ ਗਿਆ। ਇਹ ਨਹੀਂ ਸੀ ਪਤਾ ਕਲਾ ਪਿੱਛੇ ਹੋਰ ਵਰਤ ਰਹੀ ਹੈ, ਬੰਦੇ ਨੂੰ ਨਹੀਂ ਪਤਾ ਲੱਗਦਾ। ਉਹ ਸੋਚਦਾ ਮੈਂ ਕਰ ਰਿਹਾ, ਕਥਾ ਮੈਂ ਕਰ ਰਿਹਾ, ਇਹ ਨਹੀਂ ਪਤਾ ਕਰਾਉਣ ਵਾਲੇ ਕਰਾ ਰਹੇ ਨੇ, ਮੈਂ ਸੁਣ ਰਿਹਾ ਨਹੀਂ, ਸੁਣਨ ਵਾਲੇ ਸੁਣਾ ਰਹੇ ਨੇ, ਅਸੀਂ ਕੁਝ ਵੀ ਨਹੀਂ ਹਾਂ। ਜੈਤਾ ਸੋਚ, ਵਾਹਿਗੁਰੂ ਭਾਈ ਕਾਲਾ ਸੋਚਦਾ ਇਹ ਤੇ ਕੱਖ ਵੀ ਨਹੀਂ ਨਿਕਲਿਆ, ਇਹ ਤਾਂ ਐਵੇਂ ਹੀ ਹੈ, ਐਵੇਂ ਹੀ ਲੋਕਾਂ ਨੇ ਰੌਲਾ ਪਾਇਆ ਸੀ। ਉਹ ਲੋਕਾਂ ਵੀ ਕਾਲੇ ਦਾ ਜੈ ਘੋਸ਼ ਕੀਤਾ, ਬੱਲੇ ਬੱਲੇ ਹੋ ਗਈ ਭਾਈ ਕਾਲੇ। ਭਾਈ ਕਾਲਾ ਮਾਣ 'ਚ ਆਇਆ, ਕੁਦਰਤੀ ਹੈ, ਐਡਾ ਵੱਡਾ ਯੋਧਾ ਇੱਕ ਖਿੰਨ 'ਚ ਗਾਂ ਗਿਆ। ਭਾਈ ਕਾਲਾ ਬੜੀਆਂ ਖੁਸ਼ੀਆਂ ਦੇ ਨਾਲ ਢੋਲ ਵੱਜਦੇ ਜਦੋਂ ਮਹਾਰਾਜ ਦੇ ਕੋਲ ਆਇਆ ਨਾ, ਤੇ ਮਹਾਰਾਜ ਵੀ ਭੋਲੇ ਬਣ ਕੇ ਬਹਿ ਗਏ, ਆਖੋ ਵਾਹਿਗੁਰੂ। ਮਹਾਰਾਜ ਵੀ ਇੰਝ ਜਿਵੇਂ ਪਤਾ ਹੀ ਨਹੀਂ ਕਿਸੇ ਗੱਲ ਦਾ, ਅੰਤਰਜਾਮੀ। ਗੁਰੂ ਹਰਿਰਾਏ ਸਾਹਿਬ ਇੰਝ ਬਹਿ ਗਏ। ਆਇਆ ਭਾਈ ਜੈਤਾ, ਉਹ ਭਾਈ ਕਾਲਾ ਆਇਆ ਤੇ ਬੜਾ ਕਾਲਾ ਸੂਰਮਾ ਜਿੰਦਾਬਾਦ ਹੋ ਰਹੀ ਹੈ, ਆ ਕੇ ਨਮਸਕਾਰ ਕੀਤੀ। ਮਹਾਰਾਜ ਨੂੰ ਪਤਾ ਹੈ ਰੰਗ ਢੰਗ ਤੋਂ ਵੀ ਭਾਈ ਕਾਲਾ ਇਸ ਸਮੇਂ ਮਾਣ ਦੇ ਵਿੱਚ ਹੈਗਾ। ਮਹਾਰਾਜ ਕਹਿੰਦੇ ਵੀ ਕਾਲਿਆ ਕਿਵੇਂ ਬਣਿਆ? ਭਾਈ ਕਾਲਾ ਕਹਿੰਦਾ ਮਹਾਰਾਜ ਜਿਹਦੀਆਂ ਲੋਕੇ ਸਿਫਤਾਂ ਕਰਦੇ ਉਹ ਤੇ ਕੱਖ ਵੀ ਨਹੀਂ ਨਿਕਲਿਆ। ਪੂਰਾ ਆਪਣੀ ਵਡਿਆਈ ਕਰਕੇ ਦੱਸੀ ਮਹਾਰਾਜ, ਉਹ ਤੇ ਇੱਕ ਹੀ ਮਾਰਿਆ ਗਾਂ ਗਿਆ।
महाराज कहते होर की होया सी? कहन लगा महाराज मैनू तो बरछी नहीं मार सकिया गज के आखो वाहिगुरू। महाराज वो तो कख नहीं कर सकिया। महाराज कहते काले एहदे च शंका नहीं है, वो बड़ा बड़ा योद्धा सी। महाराज कहते 4 गुप्त वीर लाए, कहन लगे 4 गुप्त वीर लाए, 5वीं ढाल लाई, फिर भी बरछी नहीं रुकी। आ वेख महाराज कहते बरछी का निशान, कहन लगे जिहड़ी तैनूं वजनी सी। भाई काला महाराज के चरणों ते डिग पिया। ओ महाराज मैनूं तो पता ही नहीं सी, मैं तो एवें ही कहना था महाराज मैं ही कीता सारा कुछ। महाराज कहते भाई काले तेरे पिछे साडा हथ है। महाराज कहते तां खेड बनी सारी। महाराज कहते तां खेड है सारी। महाराज कहते तां तू जिते। जिहदे सिर ते गुरु हरराय साहब जी का हथ हो जाए फिर नहीं वो हारदा। वो हार सकता है जी जिहदे सिर ते इन्ने वड्डे सतगुरु जी का हाथ होवे, आप गुरु नानक साहब का हाथ होवे। कर्म मिले ना ही ठाक रहाइया। रहराज साहब जी दे विच आपां कर ठाक मतलब हराउणा, कर्म मतलब बख्शिश। जिन्हों गुरु का कर्म मिले, गुरु की बख्शिश मिले, उन्होंने कोई हरा नहीं सकता जी। महाराज कहते भाई काले मौज च रहो, आनंद नाल रहो, तुहानूं कोई नहीं रोकेगा टोकेगा। बख्शिशां ही बख्शिशां दित्तियां महाराज। भाई काले नूं मुखिया बनाता। फिर अगों ज्ञानी संतोख सिंह तुहानूं दस के गए, दोवां भतीजियां नूं लै के आए। बच्चियां नूं जिहड़ी चीज़ सिखाओ छेती सिखदे। भाई काले नूं महाराज ने पुछया सी ये कौन है ढिड खड़काउंदे? कहंदा महाराज अनाथ ने। गुरु हरराय साहब बड़े कोमल मन दे, बड़े ही दयालु, बड़े ही किरपालू। महाराज कहन लगे भाई काले अज तो बाद इन्हां नूं अनाथ नहीं कहना, इन्हां दी मां भी मैं हाँ, इन्हां दा बाप भी मैं ही हाँ। किड्डी वड्डी बख्शिश कीती महाराज। महाराज नहीं सुन सकते किसी नूं अनाथ। जिहड़ा गुरु साहब की हाजरी चाहे वह अनाथ नहीं है, वह सनाथ बन जाता है, ਉਹਦੇ मालक बनते। संदली ते फूल सी। महाराज कहते छोटा महाराजा बनेगा, वड्डा चौधरी बनेगा। कहने लगे बचन किया सी सच्चे पातशाह। ते साध संगत जी फिर भाई काला खुशी खुशी लै गया। जांदियां नूं वहुटी बैठी सी अज के आखो वाहिगुरू। कहती बड़ा खुश है, कित्थों आया? कहन लगा वेख इन्हां बच्चे जीवन बदल गया ही। गुरु साहब की हजूरी चों आए, महाराज ने बख्शिशां दित्तियां, वर बड़े दे ते। कहती सारा कुछ उन्होंने दवा लिया, अपने तो खाली रहम ते ही ना। चल कहती लैके चल। वो बीबी का डराया लैके आया, फिर उन्होंने भी उवें ही कराया सारा। महाराज सच्चे पातशाह कहते भाई काले उन्हों की गल उन्होंने नाल ही सी, पर कोई गल नहीं, तेरे भी आ गए ने, कोई गल नहीं, कमी इन्हों भी नहीं रहेगी। कहने कमी इन्हों भी नहीं रहेगी, कर नहीं देंगे, मावला नहीं भरना पिया करेगा। कवि जी लिखते, कवि संतोख कहते मैं वेख के आया भाई काले दे खानदान नूं, अज तक वह भी राजियां वर्गी जिंदगी भोगते, कर नहीं देंगे, टैक्स नहीं देंगे, पुछदा ही कोई नहीं होता। जेड़ा जेड़ा बचन सतगुरु जी ने किया है अज तक ज्यों दी त्यों वरत रहा। गुरु जी के बचन अटल ने, वरतते ही रहने हैं जी। महाराज सच्चे पातशाह कृपा करन सारियां नूं गुरु साहब जी के आगमन गुरपुरब की बहुत बहुत बधाई होवे। हुण भाई जसवीर सिंह जी वो कीर्तन सुनाउणगे, उपरंत बाबा जी लगणगे। मैं कल ही बाबा जी नूं बेनती कर रहा सी भी बाबा जी आप जी 10:30 लग जाओ, तो हुण तो 12:30 तो भी उत्ते समा हो गया। जिवें महापुरखों की मौज, सच्चे पातशाह गरीब नवाज जी की मौज, गुरु हरराय साहब महाराज आप प्रतख परमेश्वर हैं। बाबा जी एक पंक्ति पढ़ कीर्तन करते एक शब्द का, वो पंक्ति आप सारे रल के पढ़ लीए जी, फिर दास किमा मंगेगा। सतगुर देओ परतख हर मूरत, जो अमृत बचन
ਸੁਣਾਵੇ ਜੋ ਅੰਮ੍ਰਿਤ ਬਚਨ ਸੁਣਾ। ਸਤਿਗੁਰ ਦੇਵ ਸਤਿਗੁਰ ਦੇਵ ਪਰਤਖ ਹਰ ਜੋ ਅੰਮ੍ਰਿਤ ਬਚਨ ਸੁਣਾਵੇ ਜੋ ਅੰਮ੍ਰਿਤ। ਨਾਲੇ ਗੁਰੂ ਹਰਿਰਾਏ ਸਾਹਿਬ ਜੀ ਦਾ ਧਿਆਨ ਧਰੀਏ, ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।